In this lecture, we will study about arc welding. Arc welding is that type of welding which utilizes the intense heat of an electric arc to effect a weld is known as electric arc welding or arc welding. Electric arc is created between electrode and the workpiece. This figure shows the systematic arrangement or welding circuit diagram for the arc welding. Here, this is the power supply. Any AC or DC power supply can be used. This is the electrode holder. This is the electrode, and this one is the workpiece. One terminal of the power supply is connected to the electrode and second one is connected to the workpiece. ਜਿਵੇਂ ਹੀ ਅਸੀਂ ਇਲੈਕਟ੍ਰੋਡ ਨੂੰ ਵਰਕਪੀਸ ਦੇ ਨਾਲ ਕਨੈਕਟ ਕਰਦੇ ਹਾਂ ਤਾਂ ਇਲੈਕਟ੍ਰਿਕ ਸਰਕਟ ਕੰਪਲੀਟ ਹੁੰਦਾ ਤੇ ਇੱਥੇ ਇੱਕ ਇਲੈਕਟ੍ਰਿਕ ਆਰਕ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਹੈ। ਇਲੈਕਟ੍ਰਿਕ ਆਰਕ ਇਜ਼ ਕ੍ਰੀਏਟਡ ਬਿਟਵੀਨ ਦਾ ਇਲੈਕਟ੍ਰੋਡ ਐਂਡ ਦਾ ਵਰਕਪੀਸ। ਜਿਹੜੀ ਇਲੈਕਟ੍ਰਿਕ ਆਰਕ ਕ੍ਰੀਏਟ ਹੁੰਦੀ ਹੈ ਉਹ ਦਿਸ ਇਲੈਕਟ੍ਰੋਡ ਐਂਡ ਵਰਕਪੀਸ ਦੇ ਵਿੱਚ ਕ੍ਰੀਏਟ ਹੁੰਦੀ ਹੈ। The temperature produced by heat is from 3000 to 4500 degree Celsius. Any AC or DC power supply can be used. Depending upon the conditions, which type of temperature and working conditions are there. Open circuit voltage is 45 volts to 100 volts. Open circuit voltage means कि ਜਦੋਂ ਆਹ ਇਲੈਕਟ੍ਰੋਡ ਜਿਹੜਾ ਹੈ ਤੇ ਵਰਕਪੀਸ ਆਪਸ ਦੇ ਵਿੱਚ ਜੁਆਇੰਟ ਨਹੀਂ ਕੀਤੇ ਹੋਏ, there is a gap, that is the open circuit voltage. Next one is the closed circuit voltage is 30 to 40 voltage. ਜਦੋਂ ਸਰਕਟ ਕਲੋਜ਼ ਹੁੰਦਾ ਤਾਂ ਉਦੋਂ ਵੋਲਟੇਜ 30 to 40 volts ਹੈ। means to say that for maintaining the arc 30 to 40 volts temperature volts ਜਿਹੜੀ ਵੋਲਟੇਜ ਆ ਉਹ ਸਾਨੂੰ ਚਾਹੀਦੀ ਹੈ। ਸਭ ਤੋਂ ਪਹਿਲਾਂ ਕੀ ਕਰਦੇ ਹਾਂ ਅਸੀਂ ਇਲੈਕਟ੍ਰਿਕ ਜਿਹੜਾ ਆਰਕ ਹੈ ਪ੍ਰੋਡਿਊਸ ਕਰਨ ਵਾਸਤੇ ਇਲੈਕਟ੍ਰੋਡ ਨੂੰ ਵਰਕਪੀਸ ਦੇ ਨਾਲ ਕਨੈਕਟ ਕਰਦੇ ਹਾਂ। ਜਿੱਦਾਂ ਹੀ ਅਸੀਂ ਕਨੈਕਟ ਕਰਦੇ ਹਾਂ ਦੈਨ ਅਸੀਂ ਉੱਥੇ ਇੱਕ ਆਰਕ ਪ੍ਰੋਡਿਊਸ ਹੁੰਦੀ ਹੈ ਤਾਂ ਅਸੀਂ ਉਹਨੂੰ ਕੀ ਕਰਦੇ ਹਾਂ ਹੌਲੀ ਜੀ ਇੱਥੋਂ ਦੀ ਉੱਪਰ ਵੱਲ ਨੂੰ ਚੁੱਕ ਲੈਂਦੇ ਹਾਂ ਅਤੇ ਇੱਥੇ ਇੱਕ ਗੈਪ ਮੇਨਟੇਨ ਕਰਦੇ ਹਾਂ ਦੈਟ ਇਜ਼ ਅਬਾਊਟ ਫਰੋਮ ਸਮਥਿੰਗ 2 to 4 mm ਲਗਭਗ ਇੰਨਾ ਕੁ ਜਿਹੜਾ ਗੈਪ ਅਸੀਂ ਮੇਨਟੇਨ ਕਰਕੇ ਰੱਖਦੇ ਹਾਂ ਤਾਂ ਇਲੈਕਟ੍ਰੋਨ ਜਿਹੜੇ ਨੇ ਇਲੈਕਟ੍ਰੋਡਸ ਟੂ ਫਲੋ ਕਰਦੇ ਨੇ ਟੂ ਦਾ ਵਰਕਪੀਸ। ਜਿੱਦਾਂ ਹੀ ਵਰਕਪੀਸ ਵੱਲ ਇਲੈਕਟ੍ਰੋਡ ਫਲੋ ਕਰਦੇ ਨੇ ਉੱਥੇ ਜਾ ਕੇ ਸਟ੍ਰਾਈਕ ਕਰਦੇ ਨੇ, ਸਟ੍ਰਾਈਕ ਕਰਨ ਦੇ ਨਾਲ ਉਹ ਕੀ ਕਰਦੇ ਨੇ ਉੱਥੇ ਹੀਟ ਪ੍ਰੋਡਿਊਸ ਕਰਦੇ ਨੇ। ਦੈਨ ਕਾਈਨੈਟਿਕ ਐਨਰਜੀ ਇਜ਼ ਕਨਵਰਟਡ ਇਨਟੂ ਆਫ ਦਾ ਇਲੈਕਟ੍ਰੋਨ ਕਨਵਰਟਡ ਇਨਟੂ ਦਾ ਹੀਟ ਐਨਰਜੀ। ਇਲੈਕਟ੍ਰੋਡ ਦਾ ਜਿਹੜਾ ਡਾਇਆਮੀਟਰ ਹੈ ਦੈਟ ਸ਼ੁੱਡ ਬੀ ਨੋਟ ਮੋਰ ਦੈਨ ਦਾ ਥਿਕਨੈਸ ਆਫ ਦਾ ਬੇਸ ਪਲੇਟ। ਸਟੈਂਡਰਡ ਲੈਂਥਸ ਆਰ 250, 300, 350 ਐਂਡ 400 mm। ਜਿਹੜਾ ਇਲੈਕਟ੍ਰੋਡ ਆਪਾਂ ਯੂਜ਼ ਕਰਦੇ ਹਾਂ ਉਹਦਾ ਜਿਹੜਾ ਡਾਇਆਮੀਟਰ ਹੈ ਦੈਟ ਸ਼ੁੱਡ ਨੋਟ ਬੀ ਮੋਰ ਦੈਨ ਦਾ ਥਿਕਨੈਸ ਆਫ ਦਿਸ ਵਰਕਪੀਸ ਪਲੇਟ। ਹੁਣ ਆਪਾਂ ਨੂੰ ਇੱਕ ਗੱਲ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਆਹ ਇਲੈਕਟ੍ਰੋਡ ਹੋਲਡਰ ਹੈ ਇਹਦੇ ਵਿੱਚ ਆਪਾਂ ਇਲੈਕਟ੍ਰੋਡ ਜਿਹੜਾ ਹੋਲਡ ਕੀਤਾ ਦੈਟ ਇਜ਼ ਕੰਜ਼ਿਊਮੇਬਲ ਇਲੈਕਟ੍ਰੋਡ। ਇਲੈਕਟ੍ਰੋਡ ਦੇ ਉੱਪਰ ਕੋਟਿੰਗ ਕੀਤੀ ਹੁੰਦੀ ਹੈ। ਕੋਟਿੰਗ ਆਪਾਂ ਉਸ ਮਟੀਰੀਅਲ ਦੀ ਕਰਦੇ ਹਾਂ ਜਿਹੜਾ ਅਸੀਂ ਐਜ਼ ਅ ਫਲਕਸ ਯੂਜ਼ ਕਰਨਾ। ਫਲਕਸ ਕੀ ਹੁੰਦਾ ਹੈ ਦੈਟ ਇਜ਼ ਅ ਕੈਮੀਕਲ ਏਜੰਟ ਵਿਚ ਇਜ਼ ਅਪਲਾਈਡ ਔਨ ਦਾ ਸਰਫੇਸ ਆਫ ਦਾ ਵਰਕਪੀਸ ਟੂ ਰਿਮੂਵ ਦਾ ਇੰਪਿਊਰਿਟੀਜ਼ and to prevent the oxidation and to facilitate the wetting process and to reduce the viscosity of the molten metal. These are the some functions of the flux. Next, this is the principle of the arc welding. ਇਹਦੇ ਵਿੱਚ ਦੇਖਿਆ ਗਿਆ ਹੈ ਕਿ this is the base metal, ਠੀਕ ਹੈ ਜੀ। ਉਸ ਤੋਂ ਬਾਅਦ ਆਹ ਇਲੈਕਟ੍ਰੋਡ ਹੈ, ਇਲੈਕਟ੍ਰੋਡ ਦੇ ਉੱਪਰ ਆਹ ਕੋਟਿੰਗ ਕੀਤੀ ਹੋਈ ਹੈ ਆਫ ਦਾ ਫਲਕਸ ਮਟੀਰੀਅਲ ਜਿਹੜਾ ਵੀ ਆਪਾਂ ਕਰਨਾ। ਇਲੈਕਟ੍ਰੋਡ ਆਪਾਂ ਬੇਅਰ ਵੀ ਯੂਜ਼ ਕਰ ਸਕਦੇ ਹਾਂ, ਕੋਟਡ ਵੀ ਯੂਜ਼ ਕਰ ਸਕਦੇ ਹਾਂ। ਕੋਟਡ ਯੂਜ਼ ਕਰਨਾ ਹੈ ਤਾਂ ਉੱਥੇ ਫਲਕਸ ਦੀ ਯੂਜ਼ ਨਹੀਂ ਲੋੜ ਨਹੀਂ ਪੈਂਦੀ ਤਾਂ ਇੱਥੋਂ ਆਟੋਮੈਟਿਕਲੀ ਫਲਕਸ ਜਿਹੜੀ ਹੈ ਨਾਲ ਹੀ ਮੈਲਟ ਹੋ ਕੇ ਇੱਥੇ ਆਪਣੀ ਇੱਕ ਕਵਰਿੰਗ ਬਣਾ ਲੈਂਦੀ ਹੈ ਅਤੇ ਆਕਸੀਡੇਸ਼ਨ ਨੂੰ ਪ੍ਰੀਵੈਂਟ ਕਰਦੀ ਹੈ ਅਤੇ ਇੰਪਿਊਰਿਟੀਜ਼ ਜਿਹੜੀ ਆ ਉਹ ਰਿਮੂਵ ਕਰ ਦਿੰਦੀ ਹੈ। ਤਾਂ ਦਿਸ ਇਜ਼ ਦਾ ਸੋਲਡੀਫਾਈਡ ਮੈਟਲਸ। ਜਦੋਂ ਇੱਥੇ ਇਲੈਕਟ੍ਰਿਕ ਆਰਕ ਪ੍ਰੋਡਿਊਸ ਹੋ ਗਈ ਮੋਲਟਨ ਮੈਟਲ ਮੈਲਟ ਹੋ ਜਾਏਗਾ ਤਾਂ ਆਫਟਰ ਮੈਲਟਿੰਗ ਐਂਡ ਸੋਲਡੀਫਿਕੇਸ਼ਨ ਵੀ ਵਿਲ ਗੈਟ ਅ ਪਰਮਾਨੈਂਟ ਜੁਆਇੰਟ। ਦਿਸ ਇਜ਼ ਦਾ ਵਰਕਿੰਗ ਪ੍ਰਿੰਸੀਪਲ ਆਫ ਦਾ arc welding. Electrode is consumable and coated with the fluxing material which melts with the electrode, deoxidize the metal surface and provide an inert atmosphere around the molten metal ਜਿਵੇਂ ਕਿ ਅਸੀਂ ਹੁਣੇ ਡਿਸਕਸ ਕੀਤਾ। DC arc welding
there are two types of the arc welding, DC arc welding and second one is the AC arc welding. DC arc welding ਦੇ ਵਿੱਚ ਅਸੀਂ DC ਪਾਵਰ ਸਪਲਾਈ ਜਿਹੜੀ ਆ ਉਹ ਯੂਜ਼ ਕਰਦੇ ਹਾਂ. Direct current welding machines get their power from an AC motor or diesel engine which is connected to a DC generator. DC ਜਨਰੇਟਰ ਨਾਲ ਉਹਨੂੰ ਆਪਾਂ ਕਨੈਕਟ ਕਰ ਲੈਂਦੇ ਹਾਂ ਜਾਂ ਅਸੀਂ ਉੱਥੇ ਰੈਕਟੀਫਾਇਰ ਯੂਜ਼ ਕਰਕੇ AC ਨੂੰ DC 'ਚ ਕਨਵਰਟ ਕਰ ਲੈਂਦੇ ਹਾਂ. ਜਿਹੜੀਆਂ DC ਮਸ਼ੀਨਸ ਹੈ that are built in capacities up to 600 amperes having an open circuit voltage of 40 to 95 volts and closed circuit voltage 18 to 25 volts. DC is used for the arc welding. ਹੁਣ DC arc welding ਦੇ ਵਿੱਚ ਅਸੀਂ ਦੋ ਤਰ੍ਹਾਂ ਦੀ polarities use ਕਰਦੇ ਹਾਂ, straight polarity and second one is the reverse polarity. in the straight polarity ਕਰਦੇ ਕਿ ਅਸੀਂ ਸਿਰਫ ਜਿਹੜੇ ਆਪਣੇ ਪਾਵਰ ਦੇ ਟਰਮੀਨਲਸ ਨੇ ਉਹਨਾਂ ਨੂੰ ਅਸੀਂ ਰਿਵਰਸ ਕਰ ਦਿੰਦੇ ਹਾਂ. ਹੁਣ ਜਿਵੇਂ ਕਿ ਸਟੇਟ ਪੋਲੈਰਿਟੀ ਦੇ ਵਿੱਚ ਕੀ ਆ, ਇਲੈਕਟ੍ਰੋਡ ਇਜ਼ ਕਨੈਕਟਡ ਟੂ ਦਾ ਨੈਗੇਟਿਵ ਟਰਮੀਨਲ that is known as the cathode and the workpiece is connected to the positive terminal of the electrical supply that is known as the anode. ਇਹਦੇ ਵਿੱਚ ਕੀ ਹੁੰਦਾ ਹੈ, ਮੋਰ ਹੀਟ ਇਜ਼ ਜਨਰੇਟਡ. ਹੀਟ ਜਿਹੜੀ ਹੈ ਉਹ ਜ਼ਿਆਦਾ ਜਨਰੇਟ ਹੁੰਦੀ ਹੈ. ਕਿਉਂ? ਜਿਹੜਾ ਵਰਕਪੀਸ ਜਿਹੜਾ ਆਪਣਾ ਇਲੈਕਟ੍ਰੋਡ ਹੈ that is connected to the ਨੈਗੇਟਿਵ ਟੂ ਪੋਜ਼ਿਟਿਵ ਵੱਲ ਨੂੰ ਇਲੈਕਟ੍ਰੋਨ ਜਿਹੜੇ ਨੇ ਫਲੋ ਕਰਦੇ ਨੇ ਅਤੇ ਜ਼ਿਆਦਾ ਸਪੀਡ ਨਾਲ ਫਲੋ ਕਰ ਰਹੇ ਨੇ ਤਾਂ ਦੈਨ ਇੱਥੇ ਕੀ ਜਿਹੜੀ ਇਸ ਪਾਰਟ 'ਤੇ ਆਪਣੀ ਹੀਟ ਜਿਹੜਾ ਉਹ ਜ਼ਿਆਦਾ ਜਨਰੇਟ ਹੁੰਦੀ ਹੈ. ਐਂਡ ਥਿੱਕਰ ਸ਼ੀਟਸ ਜਿਹੜੀ ਵੈਲਡਿੰਗ ਕਰਨੀ ਹੋਵੇ, ਜ਼ਿਆਦਾ ਮੋਟਾਈ ਵਾਲੀਆਂ ਸ਼ੀਟਾਂ ਆਪਾਂ ਵੈਲਡਿੰਗ ਕਰਨੀ ਹੋਵੇ ਤਾਂ ਉਹ ਆਪਾਂ ਸਟੇਟ ਪੋਲੈਰਿਟੀ ਯੂਜ਼ ਕਰਾਂਗੇ ਕਿਉਂਕਿ ਇੱਥੇ ਜਿਹੜਾ ਟੈਂਪਰੇਚਰ ਆ ਉਹ ਜ਼ਿਆਦਾ ਪ੍ਰੋਡਿਊਸ ਹੁੰਦਾ. ਨੈਕਸਟ ਇਜ਼ ਦਾ ਰਿਵਰਸ ਪੋਲੈਰਿਟੀ. in the reverse polarity electrode is connected to the anode, means to say that positive terminal, and the workpiece is to the negative terminal known as cathode. in this medium heat is generated at the workpiece. ਇੱਥੇ ਜਿਹੜੀ ਹੀਟ ਜਨਰੇਟ ਹੋਏਗੀ ਉਹ ਮੀਡੀਅਮ ਟਾਈਪ ਦੀ ਹੋਏਗੀ. then 2/3 heat generated at the anode and 1/3 at cathode. 2/3 ਜਿਹੜੀ ਹੀਟ ਹੋਏਗੀ ਉਹ ਐਨੋਡ 'ਤੇ ਕ੍ਰੀਏਟ ਹੋਏਗੀ ਅਤੇ 1/3 ਹੋਏਗੀ ਇੱਥੇ. ਦੈਨ ਇੱਥੇ ਘੱਟ ਹੋਗੀ ਔਰ ਵਰਕਪੀਸ 'ਤੇ ਜ਼ਿਆਦਾ ਹੋਗੀ. ਥਿਨਰ ਮਟੀਰੀਅਲ ਵੈਲਡਿੰਗ, ਜਾਂ ਜਦੋਂ ਆਪਾਂ ਥਿਨ ਮਟੀਰੀਅਲਸ ਵੈਲਡ ਕਰਨੇ ਹੋਣ ਤਾਂ ਆਪਾਂ ਰਿਵਰਸ ਪੋਲੈਰਿਟੀ ਯੂਜ਼ ਕਰਦੇ ਹਾਂ. ਨਾਓ ਵੀ ਕੈਨ ਸੇ ਦੈਟ DC ਆਰਕ ਵੈਲਡਿੰਗ ਦੇ ਵਿੱਚ ਰਿਵਰਸ ਐਂਡ ਸਟ੍ਰੇਟ ਪੋਲੈਰਿਟੀ ਯੂਜ਼ ਕਰਨਾ ਦੈਟ ਡਿਪੈਂਡਸ ਕਰਦਾ ਔਨ ਦਾ ਟੈਂਪਰੇਚਰ ਐਂਡ ਦਾ ਥਿਕਨੈਸ ਆਫ ਦਾ ਮਟੀਰੀਅਲ ਵਿਚ ਹੈਜ਼ ਟੂ ਬੀ ਵੈਲਡਡ. ਮੋਸਟ ਆਫ ਦਾ ਵੈਲਡਿੰਗ ਜਿਹੜੀ ਹੈ ਉਹ DC ਦੇ ਨਾਲ ਕੀਤੀ ਜਾਂਦੀ ਹੈ. ਸੋ ਦੇਅਰ ਆਰ ਐਡਵਾਂਟੇਜਸ ਆਫ DC ਮਸ਼ੀਨਸ ਵਿਚ ਆਰ ਇਟ ਕੰਜ਼ਿਊਮਸ ਲੈਸ ਪਾਵਰ ਐਟ no voltage. Second one, both light and heavy work can be done. Third one, good performance at low welding current. ਜਦੋਂ ਵੈਲਡਿੰਗ ਕਰੰਟ ਘੱਟ ਹੁੰਦਾ ਹੈ ਤਾਂ ਵੀ ਇਹ ਪਰਫੋਰਮੈਂਸ ਜਿਹੜੀ ਹੈ ਜਾਂ ਵੈਲਡਿੰਗ ਜੁਆਇੰਟ ਆ ਉਹ ਪ੍ਰੋਪਰ ਜਿਹੜਾ ਉਹ ਪ੍ਰੋਡਿਊਸ ਕਰ ਦਿੰਦੀ ਹੈ. ਨੈਕਸਟ ਵਨ ਇਜ਼ ਦਾ ਲੋ ਓਪਰੇਟਿੰਗ ਕੋਸਟ. ਇਸ ਸਿਸਟਮ ਦੀ ਓਪਰੇਟਿੰਗ ਕੋਸਟ ਜਿਹੜੀ ਆ ਉਹ ਘੱਟ ਹੈ ਜਦੋਂ ਆਪਾਂ DC ਵੈਲਡਿੰਗ ਯੂਜ਼ ਕਰਦੇ ਹਾਂ. ਐਂਡ ਲੈਸ ਮੇਨਟੇਨੈਂਸ. ਨੈਕਸਟ ਇਜ਼ ਦਾ AC ਵੈਲਡਿੰਗ ਮਸ਼ੀਨ. AC ਵੈਲਡਿੰਗ ਮਸ਼ੀਨ ਜਿਹੜੀ ਹੈ ਦੈਟ ਇਜ਼ ਅ ਸਿੰਪਲ ਟਰਾਂਸਫਾਰਮਰ. ਵੀ ਕੈਨ ਸੇ ਦੈਟ ਸਟੈਪ ਅਪ ਔਰ ਸਟੈਪ ਡਾਊਨ ਟਰਾਂਸਫਾਰਮਰ. ਇਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਸਟੈਪ ਡਾਊਨ ਟਰਾਂਸਫਾਰਮਰ. ਦਾ AC ਵੈਲਡਿੰਗ ਮਸ਼ੀਨ ਰਿਸੀਵਸ ਕਰੰਟ ਫਰੋਮ ਦਾ ਸੋਰਸ. ਕਿਸੇ ਵੀ ਇੱਕ ਸੋਰਸ ਤੋਂ ਕਰੰਟ ਆ ਰਿਹਾ. ਸਟੈਪ ਡਾਊਨ ਟਰਾਂਸਫਾਰਮਰ ਇਜ਼ ਯੂਜ਼ ਟੂ ਓਬਟੇਨ ਦਾ ਵੈਲਡਿੰਗ ਐਨਰਜੀ ਫॉर AC ਵੈਲਡਿੰਗ ਮਸ਼ੀਨ. ਇੱਥੋਂ ਦੀ ਆਪਣੀ AC ਵੈਲਡਿੰਗ ਜਿਹੜੀ ਹੈ ਉਹ ਪਾਵਰ ਸਪਲਾਈ ਆ ਗਈ ਵੋਲਟੇਜ. ਦੈਨ ਦੈਟ ਜਾਂ ਇਹ ਜਿਹੜੀ ਵੋਲਟੇਜ ਹੋਏਗੀ ਦੈਟ ਇਜ਼ ਇਨਪੁਟ ਹੋਏਗੀ 220 ਔਰ 440 ਵੋਲਟਸ. ਦੈਨ ਦੇਅਰ ਇਜ਼ ਅ ਟਰਾਂਸਫਾਰਮਰ, ਸਟੈਪ ਡਾਊਨ ਟਰਾਂਸਫਾਰਮਰ, ਪ੍ਰਾਇਮਰੀ ਕੋਆਇਲ ਐਂਡ ਸੈਕੰਡਰੀ ਕੋਆਇਲ. ਪ੍ਰਾਇਮਰੀ ਸਿਸਟਮ ਹੈ ਜਿਹੜਾ ਉਹ ਇਨਪੁਟ ਦੇ ਨਾਲ ਅਟੈਚ ਕੀਤਾ ਹੈ ਜਿਹੜੀ ਕਿ 220 ਜਾਂ 240 ਵੋਲਟ ਆ ਰਹੀ ਹੈ. ਦੈਨ ਜਿਹੜਾ ਸੈਕੰਡਰੀ ਹੈ ਦੈਟ ਇਜ਼ ਕਨੈਕਟਡ ਟੂ ਦਾ ਇਲੈਕਟ੍ਰੋਡ ਐਂਡ ਦਾ ਵਰਕਪੀਸ. ਆਊਟਪੁੱਟ ਜਿਹੜੀ ਆ ਉਹ ਆਪਾਂ ਨੂੰ ਇਹਦੇ ਵਿੱਚੋਂ ਦੀ ਆ ਰਹੀ ਹੈ ਸਟੈਪ ਡਾਊਨ ਹੋ ਕੇ that is approximately 45 to 100 volt as in the upper circuit voltage. ਹੁਣ ਟਰਾਂਸਫਾਰਮਰ ਹੈ ਜਿਹੜਾ that reduces the voltage and increases the ampere output at the electrode. Primary side is connected to the main supply and secondary side is to the electrode. This is the AC welding machine. Now this AC welding machine has some advantages. There is no effect of the arc blow. Operating and maintenance cost is low.
ਲੈਸ ਨੋਇਜ਼ੀ ਐਂਡ ਹੈਵ ਨੋ ਮੂਵਿੰਗ ਪਾਰਟਸ, ਕਿਉਂਕਿ ਟਰਾਂਸਫਾਰਮਰ ਹੈ ਦੈਟ ਇਜ਼ ਸਟੇਬਲ ਐਂਡ ਇਹਦੇ ਵਿੱਚ ਕੁਝ ਮੂਵਿੰਗ ਪਾਰਟਸ ਨਹੀਂ ਹੁੰਦੇ। ਕੈਨ ਬੀ ਯੂਜ਼ਡ ਇਨ ਐਨੀ ਵੈਦਰ ਕੰਡੀਸ਼ਨਸ ਇਨ ਓਪਨ, ਟਰਾਂਸਫਾਰਮਰ ਨੂੰ ਆਪਾਂ ਓਪਨ ਦੇ ਵਿੱਚ ਲਿਜਾ ਕੇ ਵੀ ਯੂਜ਼ ਕਰ ਸਕਦੇ ਹਾਂ। ਡਿਸਐਡਵਾਂਟੇजेस ਨੇ ਕੁਛ ਇਹਦੀਆਂ, ਆਰਕ ਇਜ਼ ਅਨਸਟੇਬਲ ਵਿਚ ਮੇਕਸ ਦਾ ਵੈਲਡਿੰਗ ਆਫ ਨੋਨ ਫੈਰਸ ਮੈਟਲਸ ਏ ਲਿਟਲ ਬਿਟ ਡਿਫੀਕਲਟ, ਮੋਰ ਡੇਂਜਰਸ ਦੈਨ DC। ਥਰਡ ਵਨ ਇਜ਼ ਲੈਕਸ ਫਲੈਕਸੀਬਿਲਿਟੀ, ਫਲੈਕਸੀਬਿਲਿਟੀ ਇਹਦੇ ਵਿੱਚ ਘੱਟ ਹੈ। ਦਿਸ ਇਜ਼ ਦਾ AC ਵੈਲਡਿੰਗ ਮਸ਼ੀਨ। ਥੈਂਕ ਯੂ।